ਕਿਸ਼ਤ 221ਵੀਂ। ਮੈਨੂੰ ਅੱਜ ਤੱਕ ਵੀ ਅਫਸੋਸ ਹੈ ਕਿ ਅਸੀਂ ਉਸ ਦੇ ਵਿਰੁੱਧ ਪੈਂਤੜਾ ਕਿਉਂ ਨਾ ਲਿਆ। ਸ਼ਾਇਦ ਇਹ ਆਮ ਤੌਰ 'ਤੇ ਮਨੁੱਖੀ ਮਾਨਸਿਕਤਾ ਦਾ ਹੀ ਹਿੱਸਾ ਹੈ ਕਿ ਉਹ ਸੋਚ ਲੈਂਦਾ ਹੈ, ਸਾਨੂੰ ਕੀ ਜਾਂ ਆਪਾਂ ਕੀ ਲੈਣਾ। ਸ਼ਾਇਦ ਇਸੇ ਕਰਕੇ ਹੀ ਅਸੀਂ ਵੀ ਚੁੱਪ ਹੋ ਗਏ ਸਾਂ। ਜਦ ਆਪਣੇ ਉੱਤੇ ਬਣਦੀ ਹੈ ਜਾਂ ਕੋਈ ਨਿੱਜੀ ਨੁਕਸਾਨ ਹੋਣ ਵਾਲੀ ਗੱਲ ਹੁੰਦੀ ਹੈ ਤਾਂ ਹੀ ਉਹ ਹਥਿਆਰ ਉਠਾਉਂਦਾ ਹੈ, ਤੇ ਇਸ ਲਈ ਆਪਣਾ ਨੁਕਸਾਨ ਹੁੰਦਾ ਵੇਖ ਕੇ ਅਸੀਂ ਉਸ ਜ਼ਿਮੀਂਦਾਰ 'ਤੇ ਟੁੱਟ ਪਏ ਸਾਂ। ਮੇਰੇ ਲਈ ਸੁਖਦ ਅਹਿਸਾਸ ਵਾਲੀ ਗੱਲ ਇਹ ਸੀ ਕਿ ਉਸ ਧੜੱਲੇਦਾਰ ਜ਼ਿਮੀਂਦਾਰ ਦੇ ਅੱਗੇ ਮੁਹੱਲੇ ਦਾ ਕੋਈ ਵੀ ਬੰਦਾ ਕੁਸਕਿਆ ਤੱਕ ਨਹੀਂ ਸੀ, ਭਾਵੇਂ ਕਿ ਉਸ ਜ਼ੋਰਾਵਰ ਨੇ ਗਲੀ ਨੂੰ ਅੱਧਾ ਵੀ ਕਰ ਦਿੱਤਾ ਸੀ। ਪਰ ਜਦ ਉਹ ਸਾਡੇ ਦਰਵਾਜ਼ੇ ਮੂਹਰੇ ਆਇਆ ਸੀ ਤਾਂ ਅਸੀਂ ਉਸ ਨੂੰ ਖੂਬ ਭਜਾਇਆ ਸੀ। ਮੈਂ ਸੋਚ ਰਿਹਾ ਸਾਂ ਕਿ ਅੱਜ ਦੇ ਸਾਡੇ ਵਰਗੇ ਕਾਮਰੇਡ ਇੰਨੇ ਜ਼ਿਆਦਾ ਮਤਲਬੀ ਕਿਉਂ ਹੋ ਗਏ ਹਨ ਕਿ ਉਹ ਲੋਕਾਂ ਲਈ ਲੜਨਾ ਮਰਨਾ ਭੁੱਲ ਗਏ ਹਨ। ਪਰ ਇੱਕ ਆਸ ਦੀ ਕਿਰਨ ਇਹ ਵੀ ਸੀ ਕਿ ਚਲੋ ਕਾਮਰੇਡ ਆਪਣੇ ਅਧਿਕਾਰਾਂ ਦੇ ਪ੍ਰਤੀ ਤਾਂ ਸੁਚੇਤ ਅਤੇ ਲੜਨ ਮਰਨ ਲਈ ਤਿਆਰ ਬਰ ਤਿਆਰ ਹਨ। ਜੇ ਕਿਸੇ ਨੂੰ ਆਪਣੇ ਬੂਹੇ ਦੇ ਅਗਲੀ ਗਲੀ ਦੇ ਅੱਧੇ ਰਹਿ ਜਾਣ ਉੱਤੇ ਕੋਈ ਇਤਰਾਜ਼ ਨਹੀਂ ਤਾਂ ਕਾਮਰੇਡਾਂ ਦਾ ਕੀ ਢਿੱਡ ਦੁਖਦਾ ਹੈ ਕਿ ਉਹ ਬੇਗਾਨੀ ਅੱਗ ਵਿੱਚ ਆਪਣੇ ਹੱਥ ਲੂੰਹਦੇ ਫਿਰਨ। ਜਦ ਲੋਕਾਂ ਦੀ ਜ਼ਮੀਰ ਹੀ ਮਰ ਚੁੱਕੀ ਹੈ ਤਾਂ ਕਾਮਰੇਡ ਆਪਣਾ ਜਲੂਸ ਕਢਵਾ ਕੇ ਆਪਣਾ ਮੌਜੂ ਕਿਉਂ ਉਡਵਾਉਣ। ਸ਼ਾਇਦ ਮਤਲਬੀ ਦੁਨੀਆ ਦੇ ਰੰਗ ਵੇਖ ਵੇਖ ਕੇ ਬੇਮਤਲਬੇ ਕਾਮਰੇਡ ਵੀ ਹੁਣ ਸਿਆਣੇ ਬਣ ਕੇ ਆਪਣੀ ਇੱਜ਼ਤ ਬਚਾਉਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗ ਪਏ ਹਨ। ਪਰ ਤਸੱਲੀ ਦੇਣ ਵਾਲੀ ਇੱਕ ਗੱਲ ਜ਼ਰੂਰ ਹੈ ਕਿ ਉਹ ਘੱਟੋ ਘੱਟ ਆਪਣੇ ਹੱਕਾਂ ਵਾਸਤੇ ਤਾਂ ਲੜ ਹੀ ਰਹੇ ਹਨ। ਜਦ ਮਤਲਬੀ ਲੋਕ ਆਪਣੇ ਮਤਲਬ ਵੇਲੇ ਉਹਨਾਂ ਨੂੰ ਵਰਤ ਕੇ ਵੋਟਾਂ ਵੇਲੇ ਫਿਰ ਰਾਜਨੀਤਿਕ ਲੋਕਾਂ ਦੀ ਝੋਲੀ ਵਿੱਚ ਜਾ ਪੈਂਦੇ ਹਨ ਤਾਂ ਉਹ ਇਹਨਾਂ ਖੁਦਗਰਜ਼ ਲੋਕਾਂ ਲਈ ਆਪਣੀ ਇੱਜ਼ਤ ਦਾਅ 'ਤੇ ਕਿਉਂ ਲਾਉਣ। ਤੀਜੀ ਘਟਨਾ ਇਹ ਸੀ ਕਿ ਕਾਨੂੰਨੀ ਅਤੇ ਇਖਲਾਕੀ ਤੌਰ 'ਤੇ ਵੀ ਅਸੀਂ ਉਸ ਜਗ੍ਹਾ ਦੇ ਮਾਲਕ ਸਾਂ, ਪਰ ਸਾਨੂੰ ਆਪਣੀ ਹੀ ਜਗ੍ਹਾ ਉੱਤੇ ਕਬਜ਼ਾ ਕਰਨ ਵਿੱਚ ਉਹ ਬੰਦਾ ਅੜਚਨ ਬਣ ਰਿਹਾ ਸੀ ਜਿਸ ਨੇ ਅੱਧੀ ਤੋਂ ਵੱਧ ਗਲੀ ਆਪ ਰੋਕ ਰੱਖੀ ਸੀ। ਹੁਣ ਮੇਰੀ ਮਾਨਸਿਕ ਸਥਿਤੀ ਅਜਿਹੀ ਬਣ ਚੁੱਕੀ ਸੀ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਨ੍ਹਾਂ ਬੰਦਿਆਂ ਨੇ ਜ਼ੋਰਾਂ ਵਰਾਂ ਨੂੰ ਗਲੀ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ, ਹਿੱਸਾ ਦਿੱਤੇ ਜਾਣ 'ਤੇ ਵੀ ਸ਼ਾਮਲਾਟ ਦੀ 'ਤੇ ਕਬਜ਼ਾ ਨਹੀਂ ਕੀਤਾ, ਪਰ ਅੱਜ ਆਪਣੀ ਜਗ੍ਹਾ 'ਤੇ ਆਪਣਾ ਹੱਕ ਮਾਲਕੀ ਜਤਾਉਣ ਲਈ ਸੰਘਰਸ਼ ਕਰ ਰਹੇ ਹਨ, ਉਹ ਕੀ ਹਨ। ਮੈਂ ਇਹ ਸੋਚ ਸੋਚ ਕੇ ਪਰੇਸ਼ਾਨ ਹੋ ਰਿਹਾ ਸਾਂ ਕਿ ਅਸੀਂ ਸਹੀ ਹਾਂ ਕਿ ਗਲਤ। ਸਹੀ ਇਸ ਲਈ ਕਿ ਸਾਡੇ ਪਰਿਵਾਰ ਨੇ ਮੁਫਤ ਵਿੱਚ ਮਿਲਦੀ ਜਗ੍ਹਾ ਨੂੰ ਠੋਕਰ ਮਾਰ ਦਿੱਤੀ ਸੀ ਅਤੇ ਹੈਂਕੜਬਾਜ਼ ਵੱਡੀ ਧਿਰ ਨੂੰ ਗਲੀ ਉੱਤੇ ਕਬਜ਼ਾ ਨਹੀਂ ਸੀ ਕਰਨ ਦਿੱਤਾ। ਗਲਤ ਇਸ ਲਈ ਸਾਂ ਕਿ ਮੇਰੇ ਵਿਰੋਧੀ ਧਿਰ ਨੇ ਆਪਣਾ ਨਜਾਇਜ਼ ਕਬਜ਼ਾ ਛੁਪਾ ਕੇ ਇਹ ਪ੍ਰਚਾਰ ਕੀਤਾ ਹੋਇਆ ਸੀ ਕਿ ਮੈਂ ਗਲੀ ਉੱਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹਾਂ। ਉਹਨਾਂ ਇਸ ਦੀ ਰਿਪੋਰਟ ਪੁਲਿਸ ਅਤੇ ਕਾਨੂੰਨ ਨੂੰ ਵੀ ਕੀਤੀ ਹੋਈ ਸੀ। ਜਾਂਚ ਪੜਤਾਲ ਦੌਰਾਨ ਖੁਦ ਅਜਿਹੇ ਨਜਾਇਜ਼ ਕਬਜ਼ਿਆਂ ਅਤੇ ਕਈ ਹੋਰ ਸੰਗੀਨ ਜੁਰਮਾਂ ਦੇ ਦੋਸ਼ 'ਚ ਘਿਰੇ ਹੋਏ ਪੁਲਿਸ ਅਧਿਕਾਰੀ ਇਸ ਉੱਪਰ ਮੋਹਰ ਲਗਾ ਰਹੇ ਸਨ। ਕਿਸ਼ਤ 222ਵੀਂ। ਸ਼ਾਇਦ ਹੁਣ ਸਾਡੇ ਅੰਦਰਲਾ ਕਾਮਰੇਡ ਪੂਰੀ ਤਰ੍ਹਾਂ ਜਾਗ ਪਿਆ ਸੀ, ਕਿਉਂਕਿ ਇਸ ਪੂਰੀ ਜਗ੍ਹਾ ਨੂੰ ਛੱਡ ਦੇਣ ਦੇ ਐਲਾਨ ਤੋਂ ਬਾਅਦ ਵੀ ਸਾਡੇ ਨਾਲ ਵਧੀਕੀ ਤੇ ਵਧੀਕੀ ਹੋ ਰਹੀ ਸੀ। ਪਿਆਰ ਨਾਲ ਤਾਂ ਇੱਕ ਸਧਾਰਨ ਬੰਦਾ ਕੀ, ਇੱਕ ਕਾਮਰੇਡ ਵੀ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ, ਪਰ ਧੱਕੇ ਅਤੇ ਜ਼ੋਰ ਨਾਲ ਤਾਂ ਕਿਸੇ ਨੂੰ ਵੀ
1 ਇੰਚ ਛੱਡਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉੱਤੋਂ ਜੇ ਉਸ ਬੰਦੇ ਵਿੱਚ ਥੋੜ੍ਹਾ ਬਹੁਤਾ ਵੀ ਜੁਝਾਰਵਾਦੀ ਮਾਦਾ ਹੋਵੇ ਤਾਂ ਉਸ ਲਈ ਤਾਂ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੋ ਜਾਂਦਾ ਹੈ, ਕਿਉਂਕਿ ਉਹ ਜੁਝਾਰੂ ਧਿਰ ਦਾ ਨੁਮਾਇੰਦਾ ਹੋਣ ਕਾਰਨ ਹੋ ਰਹੇ ਜਬਰ, ਜ਼ੁਲਮ, ਧੱਕੇ, ਰਿਸ਼ਵਤਖੋਰੀ ਆਦਿ ਬਾਰੇ ਸੋਚਦਾ, ਵਿਚਾਰਦਾ, ਲਿਖਦਾ, ਆਵਾਜ਼ ਉਠਾਉਂਦਾ ਅਤੇ ਘੋਲ ਲੜਦਾ ਰਹਿੰਦਾ ਹੈ। ਮੈਂ ਅਜਿਹੀਆਂ ਸੋਚਾਂ ਸੋਚਦੇ ਦਿਨਾਂ ਨੂੰ ਲੰਘਾ ਰਿਹਾ ਸਾਂ। ਆਪਣੀਆਂ ਸੋਚਾਂ ਵਿੱਚ ਉਲਝਿਆ ਕਦੇ-ਕਦੇ ਮੈਂ ਆਪਣੇ ਆਪ ਨੂੰ ਅਪਰਾਧੀ ਸਮਝਣ ਲੱਗ ਜਾਂਦਾ ਸਾਂ ਅਤੇ ਕਦੇ ਨਾਇਕ। ਕਈ ਵਾਰ ਮੈਨੂੰ ਲੱਗਣ ਲੱਗ ਜਾਂਦਾ ਕਿ ਜੇ ਇਹਨਾਂ ਜੰਮਦੀਆਂ ਸੂਲਾਂ ਦੇ ਮੂੰਹ ਪਹਿਲਾਂ ਹੀ ਭੰਨ ਦਿੱਤੇ ਜਾਂਦੇ ਤਾਂ ਇਹ ਦਿਨ ਨਾ ਹੀ ਵੇਖਣੇ ਪੈਂਦੇ। ਫਿਰ ਉਸੇ ਵਕਤ ਹੀ ਖਿਆਲ ਆਉਣ ਲੱਗ ਪੈਂਦਾ ਕਿ ਜੇ ਮੈਂ ਆਪਣੀ ਕਾਮਰੇਡੀ ਸੋਚ ਦਾ ਮੁਜ਼ਾਹਰਾ ਕਰਦਾ ਹੋਇਆ ਪੁਲਿਸ ਵਾਲਿਆਂ ਨਾਲ ਹੱਥੋਂ ਪਾਈ ਜਾਂ ਮਾਰ ਕੁਟਾਈ ਵਰਗਾ ਕੋਈ ਪੰਗਾ ਲੈ ਲੈਂਦਾ ਤਾਂ ਅੱਜ ਤੱਕ ਜੇਲ੍ਹ ਦੀ ਹਵਾ ਹੀ ਖਾਂਦਾ ਹੋਣਾ ਸੀ। ਦਿਲ ਸ਼ੁਕਰ ਮਨਾਉਂਦਾ ਸੀ ਕਿ ਤੂੰ ਇਸ ਗੰਦ ਦੇ ਛਿੱਟਿਆਂ ਤੋਂ ਤਾਂ ਬਚ ਹੀ ਗਿਆ ਏਂ। ਆਪਣੇ ਆਪ ਨੂੰ ਨਾਇਕ ਉਦੋਂ ਸਮਝ ਲੈਂਦਾ ਸਾਂ ਜਦ ਮੈਂ ਉਹਨਾਂ ਦੋਵਾਂ ਪੁਲਿਸ ਵਾਲਿਆਂ, ਇੰਸਪੈਕਟਰ, ਡੀਐਸਪੀ ਦੇ ਨਾਲ ਐਸਪੀ ਦੀ ਮਾਨਸਿਕ ਹਾਲਤ ਬਾਰੇ ਸੋਚਣ ਲੱਗ ਪੈਂਦਾ ਸਾਂ। ਆਪਣੇ ਮੋਹਰਿਆਂ ਨੂੰ ਫਸਦਾ ਵੇਖ ਕੇ ਉਹ ਕਿੰਨਾ ਛਟਪਟਾਉਂਦੇ ਹੋਣਗੇ। ਮੀਡੀਏਸ਼ਨ ਦੀ ਅਗਲੀ ਤਰੀਕ ਵਾਲੇ ਦਿਨ ਮੈਂ ਤੇ ਯਾਦਵਿੰਦਰ ਵਕੀਲ ਦੁਆਰਾ ਦਿੱਤੇ ਗਏ ਸਮੇਂ ਮੁਤਾਬਕ ਮੀਡੀਏਸ਼ਨ ਵਿਭਾਗ ਵਿੱਚ ਪੁੱਜ ਗਏ ਸਾਂ। ਗੁਰਨੇਕ ਵੀ ਪੁੱਜ ਚੁੱਕਾ ਸੀ। ਜੱਜ ਬਣੇ ਵਕੀਲ ਨੇ ਬੜੇ ਹੀ ਪਿਆਰ ਅਤੇ ਆਪਣੇਪਨ ਨਾਲ ਗੱਲ ਸ਼ੁਰੂ ਕੀਤੀ। ਸਰਸਰੀ ਗੱਲਾਂ ਤੋਂ ਬਾਅਦ ਉਸ ਨੇ ਅੱਜ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਦੇਣ ਬਾਰੇ ਆਖਿਆ। ਗੁਰਨੇਕ ਸਾਡੇ ਵੱਲੋਂ ਪੂਰੀ ਜਗ੍ਹਾ ਛੱਡ ਦੇਣ 'ਤੇ ਹੀ ਅੜਿਆ ਹੋਇਆ ਸੀ। ਇਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਫਿਰ ਆਖਣ ਲੱਗਾ ਕਿ ਜੇ ਇਹ ਅੱਧੀ ਜਗ੍ਹਾ ਛੱਡ ਦੇਣ ਤਾਂ ਮੈਂ ਸਮਝੌਤਾ ਕਰ ਸਕਦਾ ਹਾਂ। ਸਾਨੂੰ ਉਸ ਦੀਆਂ ਚਤੁਰਾਈਆਂ 'ਤੇ ਗੁੱਸਾ ਆ ਰਿਹਾ ਸੀ। ਯਾਦਵਿੰਦਰ ਗੁਰਨੇਕ ਨੂੰ ਪੈ ਨਿਕਲਿਆ। ਅੰਕਲ, ਤੂੰ ਸਾਨੂੰ ਸਟੇ ਦਾ ਡਰਾਵਾ ਦੇ ਦੇ ਕੇ ਕੇਸ ਦੇ ਲੰਬਾ ਚੱਲਣ ਬਾਰੇ ਆਖ ਰਿਹਾ ਹੈ ਨਾ। ਚੱਲ ਲੈਣ ਦੇ, ਅਸੀਂ ਲੜ ਲਵਾਂਗੇ, ਕੋਈ ਗੱਲ ਨਹੀਂ। ਜਦੋਂ ਅਸੀਂ ਫਾਨਾ ਠੋਕਿਆ ਫਿਰ ਸਾਡੇ ਕੋਲ ਸਮਝੌਤੇ ਲਈ ਨਾ ਆਵੀਂ। ਸਾਨੂੰ ਸਾਡੀ ਜਗ੍ਹਾ ਮਿਲੇ ਜਾਂ ਨਾ ਮਿਲੇ, ਤੇਰੀਆਂ ਦੋਵੇਂ ਮੰਜ਼ਲਾਂ ਜ਼ਰੂਰ ਢਵਾ ਕੇ ਹਟਾਂਗੇ। ਅੱਜ ਤੋਂ ਬਾਅਦ ਅਸੀਂ ਇਸ ਮੀਡੀਏਸ਼ਨ ਵਾਲੀ ਤਰੀਕ ਵਿੱਚ ਵੀ ਨਹੀਂ ਆਉਣਾ। ਵਕੀਲ ਉਸ ਨੂੰ ਠੰਡਾ ਜਿਹਾ ਕਰਦਾ ਹੋਇਆ ਆਖਣ ਲੱਗਾ, ਨਹੀਂ ਯਾਰ, ਆਪਾਂ ਇਸ ਤਰ੍ਹਾਂ ਨਹੀਂ ਕਰਨਾ। ਆਪਾਂ ਮਸਲੇ ਨੂੰ ਨਿਬੇੜ ਹੀ ਦੇਣਾ। ਮੈਨੂੰ ਪਤਾ ਲੱਗਾ ਕਿ ਤੁਸੀਂ 1 ਫੁੱਟ ਜਗ੍ਹਾ ਛੱਡਣ ਲਈ ਤਿਆਰ ਹੋ ਗਏ ਸੀ। ਹਾਂਜੀ, ਉਹ ਤਾਂ ਮੇਰੇ ਅੰਕਲ ਨੇ ਉਸੇ ਦਿਨ ਮਸਲਾ ਨਿਬੇੜਨ ਖਾਤਰ ਆਖਿਆ ਸੀ, ਪਰ ਮਸਲਾ ਅਜੇ ਵੀ ਓਡਾ ਕੋਡਾ ਹੀ ਹੈ। ਹੁਣ ਅਸੀਂ ਪੂਰੀ ਜਗ੍ਹਾ ਹੀ ਲਵਾਂਗੇ ਕੀ, ਉਹ ਹੈ ਹੀ ਸਾਡੀ। ਜੇ ਮੇਰੇ ਤੋਂ ਜਗ੍ਹਾ ਛਡਵਾਉਣੀ ਆ ਤਾਂ ਇਹ ਵੀ ਓਨੀ ਜਗ੍ਹਾ ਛੱਡ ਦੇਵੇ, ਮੈਂ ਤਿਆਰ ਹਾਂ। ਮੈਂ ਆਪਣੀ ਦਲੀਲ ਦਿੱਤੀ ਸੀ। ਗੁਰਨੇਕ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਕਿਸ਼ਤ 223ਵੀਂ। ਵਕੀਲ ਸਾਡੇ ਦੁਆਰਾ ਪੇਸ਼ ਕੀਤੇ ਹੋਏ ਨਕਸ਼ੇ ਉੱਤੇ ਲਕੀਰਾਂ ਜਿਹੀਆਂ ਵਾਹੁਣ ਲੱਗ ਪਿਆ ਤੇ ਕੁਝ ਸੋਚਣ ਲੱਗ ਪਿਆ ਸੀ। ਕਾਫੀ ਸਮਾਂ ਸੋਚ ਵਿਚਾਰ ਕਰਨ ਤੋਂ ਬਾਅਦ ਆਖਣ ਲੱਗਾ, ਵੇਖੋ ਜੀ, ਮੈਂ ਆਪਣੇ ਵੱਲੋਂ ਇੱਕ ਹੱਲ ਸੋਚਿਆ। ਜੇ ਤੁਹਾਨੂੰ ਮਨਜ਼ੂਰ ਹੈ ਤਾਂ ਵੇਖ ਲਵੋ, ਨਹੀਂ ਆਪਣਾ ਮੁਕੱਦਮਾ ਲੜੀ ਚੱਲਿਓ। ਫਿਰ ਮੇਰੇ ਵੱਲ ਮੂੰਹ ਘੁਮਾ ਕੇ ਆਖਣ ਲੱਗਾ, ਵੇਖੋ ਪੁੱਤ, ਤੁਸੀਂ 1 ਫੁੱਟ ਜਗ੍ਹਾ ਆਪਣੇ ਅੰਕਲ ਦੇ ਆਖੇ 'ਤੇ ਛੱਡ ਦਿੱਤੀ ਸੀ। ਜੇ ਤੁਸੀਂ ਗੁਰਨੇਕ ਦੇ ਘਰ ਵੱਲੋਂ 2.5 ਫੁੱਟ ਜਗ੍ਹਾ ਛੱਡ ਦੇਵੋ ਅਤੇ ਦੂਜੇ ਪਾਸੇ ਤੋਂ 6 ਇੰਚ ਛੱਡ ਦੇਵੋ ਤਾਂ ਤੁਹਾਡੀ ਛੱਡੀ ਗਈ ਜਗ੍ਹਾ ਔਸਤ 1.5 ਫੁੱਟ ਬਣਦੀ ਹੈ। ਤੁਹਾਡੀ ਜਗ੍ਹਾ ਦੀ ਕਾਣੋ ਵੀ ਨਿਕਲ ਜਾਵੇਗੀ। ਤੁਸੀਂ ਉਹ ਛੱਡ ਦੇਵੋ ਅਤੇ ਇਹ ਕੇਸ ਵਾਪਸ ਲੈ ਲੈਣਗੇ। ਮੈਂ ਇੱਕਦਮ ਹਾਮੀ ਭਰ ਦਿੱਤੀ।
ਮੈਨੂੰ ਪਤਾ ਸੀ ਕਿ ਗੁਰਨੇਕ ਨੇ ਮੰਨਣਾ ਤਾਂ ਹੈ ਨਹੀਂ, ਇਸ ਲਈ ਮੈਂ ਵਕੀਲ ਵੱਲੋਂ ਝੂਠਾ ਕਿਉਂ ਪਵਾਂ। ਗੁਰਨੇਕ ਸੋਚਾਂ ਵਿੱਚ ਪੈ ਗਿਆ ਤੇ ਫਿਰ ਆਨਾਕਾਨੀ ਕਰਨ ਲੱਗ ਪਿਆ। ਮੈਂ ਉਸ ਨੂੰ ਆਖਿਆ, ਸਰ, ਇਹ ਜਗ੍ਹਾ ਮੈਂ ਸਿਰਫ ਇਸ ਲਈ ਛੱਡਾਂਗਾ ਕਿ ਜੇ ਅੱਜ ਹੀ ਇਸ ਕੇਸ ਦਾ ਨਿਪਟਾਰਾ ਹੁੰਦਾ, ਨਹੀਂ ਤਾਂ ਅੱਜ ਤੋਂ ਬਾਅਦ ਮੇਰਾ ਇਸ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਤੇ ਨਾ ਹੀ ਅਸੀਂ ਕਿਸੇ ਵਿਚੋਲਗੀ ਵਿੱਚ ਪੈਣਾ। ਫਿਰ ਤਾਂ ਮੈਂ ਆਪਣਾ ਕੇਸ ਹੀ ਲੜਾਂਗਾ। ਮੈਂ ਆਪਣਾ ਫੈਸਲਾ ਸੁਣਾ ਦਿੱਤਾ ਸੀ। ਗੁਰਨੇਕ ਨੂੰ ਨਾ ਮੰਨਦਾ ਵੇਖ ਕੇ ਵਕੀਲ ਉਸ ਨੂੰ ਉਠਾ ਕੇ ਕਮਰੇ ਤੋਂ ਬਾਹਰ ਲੈ ਗਿਆ ਤੇ ਬਾਹਰ ਜਾ ਕੇ ਕੁਝ ਸਮਝਾਉਣ ਲੱਗ ਪਿਆ। 10 ਮਿੰਟਾਂ ਬਾਅਦ ਉਹ ਦੋਵੇਂ ਜਾਣੇ ਅੰਦਰ ਆ ਗਏ। ਵਕੀਲ ਨੇ ਮੈਨੂੰ ਵਧਾਈਆਂ ਦਿੱਤੀਆਂ ਕਿ ਤੁਹਾਡਾ ਕੇਸ ਹੱਲ ਹੋ ਗਿਆ ਹੈ। ਉਸ ਨੇ ਫਿਰ ਜਗ੍ਹਾ ਦੀ ਮਿਣਤੀ ਵਾਲੀਆਂ ਸ਼ਰਤਾਂ ਸਾਨੂੰ ਪੜ੍ਹ ਕੇ ਸੁਣਾ ਦਿੱਤੀਆਂ। ਸਾਨੂੰ ਇਹ ਹੀ ਖੁਸ਼ੀ ਸੀ ਕਿ ਚਲੋ ਕੁਝ ਇੰਚ ਜਗ੍ਹਾ ਛੱਡ ਕੇ ਸਾਡਾ ਇਸ ਖਲਜਗਣ ਤੋਂ ਖਹਿੜਾ ਛੁੱਟ ਜਾਣਾ ਸੀ। ਇਹ ਜਗ੍ਹਾ ਰਹਿਣੀ ਤਾਂ ਸਾਡੇ ਹੀ ਦਰਵਾਜ਼ੇ ਦੇ ਅੱਗੇ ਸੀ ਤੇ ਇਸ 'ਤੇ ਕੋਈ ਵੀ ਦਾਅਵਾ ਨਹੀਂ ਸੀ ਕਰ ਸਕਦਾ। ਇਸ ਲਈ ਸਾਡੇ ਲਈ ਇਹ ਵੱਡੀ ਜਿੱਤ ਹੀ ਸੀ। ਵਕੀਲ ਨੇ ਕੰਪਿਊਟਰ ਆਪਰੇਟਰ ਨੂੰ ਸਾਰਾ ਸਮਝੌਤਾ ਬੋਲ ਕੇ ਲਿਖਵਾਉਣਾ ਸ਼ੁਰੂ ਕਰ ਦਿੱਤਾ। ਇੰਨੇ ਨੂੰ ਗੁਰਨੇਕ ਬੋਲ ਪਿਆ, ਇਹਨਾਂ ਨੇ ਮੇਰੇ ਵਿਰੁੱਧ ਨਗਰ ਨਿਗਮ ਦੇ ਦਫ਼ਤਰ ਵਿੱਚ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਜੀ, ਉਹ ਵੀ ਵਾਪਸ ਕਰਵਾਓ। ਵਕੀਲ ਨੇ ਸਮਝੌਤੇ ਵਿੱਚ ਇੱਕ ਸ਼ਰਤ ਪਵਾ ਦਿੱਤੀ ਕਿ ਦੋਵਾਂ ਧਿਰਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਇਸ ਸਮਝੌਤੇ ਤੋਂ ਬਾਅਦ ਖਤਮ ਸਮਝੀਆਂ ਜਾਣਗੀਆਂ। ਸਾਡੇ ਦੋਵਾਂ ਦੇ ਦਸਤਖਤ ਵੀ ਕਰਵਾ ਲਏ ਗਏ। ਕਿਸ਼ਤ 224ਵੀਂ। ਜਦ ਮੈਂ ਇਸ ਸਮਝੌਤੇ ਦੀ ਕਾਪੀ ਮੰਗੀ ਤਾਂ ਵਕੀਲ ਆਖਣ ਲੱਗਾ, ਇਸ ਸਮਝੌਤੇ ਦੀ ਕਾਪੀ ਤੁਹਾਨੂੰ ਅਗਲੀ ਤਰੀਕ 'ਤੇ ਹੀ ਜੱਜ ਸਾਹਿਬ ਦੇ ਦਸਤਖਤ ਹੋਣ ਤੋਂ ਬਾਅਦ ਹੀ ਮਿਲੇਗੀ। ਇਹ ਸਮਝੌਤਾ ਕਾਨੂੰਨੀ ਤੌਰ 'ਤੇ ਲਾਗੂ ਵੀ ਉਸ ਤਰੀਕ ਤੋਂ ਬਾਅਦ ਹੀ ਹੋਵੇਗਾ। ਉਂਝ ਜੇ ਤੁਹਾਡੀ ਆਪਸੀ ਸਹਿਮਤੀ ਹੋਵੇ ਤਾਂ ਤੁਸੀਂ ਕੰਧ ਕਰ ਲਵੋ। ਕਿਉਂ ਗੁਰਨੇਕ ਸਿੰਘ ਜੀ, ਕਰ ਲੈਣ ਦੀਏ ਕੰਧ, ਤੁਹਾਡੇ ਭਤੀਜਿਆਂ ਨੂੰ ਛੁੱਟੀਆਂ ਦਾ ਫਾਇਦਾ ਉਠਾ ਲੈਣਗੇ। ਅੱਗੇ ਹੀ ਤੁਸੀਂ ਇਹਨਾਂ ਨੂੰ ਬਹੁਤ ਖਰਾਬ ਕਰ ਚੁੱਕੇ ਹੋ। ਨਹੀਂ ਜੀ, ਆਪਾਂ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣ ਦਈਏ। ਕੋਈ ਨਹੀਂ, ਅਗਲੀ ਤਰੀਕ ਤੱਕ ਦਾ ਇੰਤਜ਼ਾਰ ਕਰ ਲੈਂਦੇ ਹਾਂ। ਉਹ ਖਚਰਾ ਜਿਹਾ ਮੁਸਕਰਾਉਂਦਾ ਹੋਇਆ ਇਸ ਹਿਸਾਬ ਨਾਲ ਬੋਲਿਆ ਕਿ ਅਸੀਂ ਦੋਵਾਂ ਨੇ ਉਸ ਦੇ ਚਿਹਰੇ ਤੋਂ ਪੜ੍ਹ ਲਿਆ ਸੀ ਕਿ ਉਸ ਦੇ ਮਨ ਵਿੱਚ ਹੈ ਕਿ ਮੈਂ ਜਿੰਨਾ ਚਿਰ ਰੋਕ ਸਕਦਾ ਹਾਂ ਤੇ ਇਹਨਾਂ ਨੂੰ ਖਰਾਬ ਕਰ ਸਕਦਾ ਹਾਂ ਓਨਾ ਚਿਰ ਤਾਂ ਕਰਾਂਗਾ ਹੀ। ਸਾਡੇ ਲਈ ਸਮਝੌਤਾ ਹੋਣ ਦੀ ਖੁਸ਼ੀ ਤਾਂ ਸੀ, ਪਰ ਅਗਲੀ ਤਾਰੀਖ ਦੇ ਆਉਣ ਵਿੱਚ ਅਜੇ ਮਹੀਨੇ ਦੇ ਕਰੀਬ ਸਮਾਂ ਪਿਆ ਸੀ। ਅਸੀਂ ਆਪਣੇ ਵਕੀਲ ਨੂੰ ਪੁੱਛਿਆ ਕਿ ਕੀ ਇਸ ਸਮਝੌਤੇ ਤੋਂ ਗੁਰਨੇਕ ਮੁੱਕਰ ਸਕਦਾ ਹੈ ਕਿ ਨਹੀਂ। ਉਸ ਨੇ ਦੱਸਿਆ ਕਿ ਜੱਜ ਦੇ ਦਸਤਖਤ ਹੋਣ ਤੋਂ ਪਹਿਲਾਂ ਤੱਕ ਦੋਵੇਂ ਧਿਰਾਂ ਜਦ ਵੀ ਮਰਜ਼ੀ ਮੁੱਕਰ ਸਕਦੀਆਂ ਹਨ। ਅਸੀਂ ਤਾਂ ਕਿਉਂ ਮੁੱਕਰਨਾ ਸੀ, ਪਰ ਸਾਨੂੰ ਦੂਜੀ ਧਿਰ ਦਾ ਕੋਈ ਵੀ ਇਤਬਾਰ ਨਹੀਂ ਸੀ, ਕਿਉਂਕਿ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ ਪਰ ਛੜੇ ਨਹੀਂ ਕੱਟਣ ਦਿੰਦੇ। ਅਜੇ ਕੀ ਪਤਾ ਸੀ ਕਿ ਕਿਸ ਕੜਮ ਚੌਧਰੀ ਨੇ ਗੁਰਨੇਕ ਨੂੰ ਕਿਹੜੀ ਉਂਗਲ ਦੇ ਦੇਣੀ ਸੀ ਤੇ ਉਸਨੇ ਮੁੱਕਰ ਜਾਣਾ ਸੀ। ਅਜਿਹੇ ਚੱਕਵੇਂ ਬੰਦੇ ਉੱਤੇ ਸਾਨੂੰ ਭੋਰਾ ਵੀ ਯਕੀਨ ਨਹੀਂ ਸੀ। ਇੱਕ ਦਿਨ ਮੈਨੂੰ ਆਪਣਾ ਇਹ ਵਹਿਮ ਸੱਚਾ ਹੁੰਦਾ ਵੀ ਜਾਪਣ ਲੱਗ ਪਿਆ ਸੀ। ਮੈਂ ਮੋਟਰਸਾਈਕਲ ਉੱਤੇ ਆਪਣੇ ਇਸ ਘਰ ਵੱਲ ਨੂੰ ਆ ਰਿਹਾ ਸਾਂ ਤਾਂ ਗੁਰਨੇਕ ਆਪਣੇ ਦਰਵਾਜ਼ੇ ਦੇ ਬਾਹਰ ਖੜ੍ਹਾ ਸੀ। ਉਸ ਨੇ ਮੈਨੂੰ ਦੂਰੋਂ ਹੀ ਵੇਖ ਲਿਆ ਸੀ। ਨੇੜੇ ਆ ਕੇ ਮੈਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ, ਪਰ ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਸ ਨੇ ਮੈਨੂੰ ਵੇਖਿਆ ਹੀ ਨਾ ਹੋਵੇ। ਮੈਂ ਸਮਝ ਗਿਆ ਕਿ ਇਸ ਦੇ ਮਨ ਵਿੱਚ ਅਜੇ ਵੀ ਕੋਈ ਖੋਟ ਹੈ। ਇਸ ਲਈ ਮੈਂ ਫੈਸਲਾ ਕਰ ਲਿਆ ਕਿ ਮੈਂ ਹੁਣ
ਇਸ ਦੁਸ਼ਟ ਨੂੰ ਕਦੇ ਵੀ ਨਹੀਂ ਬੁਲਾਉਣਾ ਹੈ। ਮੈਨੂੰ ਇਹ ਵੀ ਫਿਕਰ ਪਿਆ ਹੋਇਆ ਸੀ ਕਿ ਹੁਣ ਮੈਨੂੰ ਹੋਰ ਛੁੱਟੀਆਂ ਵੀ ਲੈਣੀਆਂ ਪੈਣਗੀਆਂ। ਮਨ ਹੀ ਮਨ ਗੁਰਨੇਕ 'ਤੇ ਗੁੱਸਾ ਵੀ ਆ ਰਿਹਾ ਸੀ ਕਿ ਜਦ ਲਿਖਤੀ ਰੂਪ ਵਿੱਚ ਸਮਝੌਤਾ ਹੋ ਗਿਆ ਹੈ ਤਾਂ ਉਸ ਨੇ ਆਪਣੇ ਮਨ ਵਿਚਲਾ ਕੂੜਾ ਅਜੇ ਵੀ ਨਹੀਂ ਕੱਢਿਆ ਸੀ। ਮੈਂ ਵਾਰ-ਵਾਰ ਮਨ ਹੀ ਮਨ ਇਹ ਗਿਣਤੀ ਮਿਣਤੀ ਵੀ ਕਰਦਾ ਕਿ 2.5 ਫੁੱਟ ਕਿੰਨੇ ਕੁ ਹੁੰਦੇ ਨੇ ਤੇ ਕੰਧ ਕਿੱਥੇ ਕੁ ਆਵੇਗੀ। ਕਦੇ-ਕਦੇ ਮੈਨੂੰ ਇਹ ਜਗ੍ਹਾ ਬਹੁਤ ਹੀ ਜ਼ਿਆਦਾ ਲੱਗਣ ਲੱਗ ਜਾਂਦੀ ਅਤੇ ਕਦੇ ਮਾਨਸਿਕ ਸ਼ਾਂਤੀ ਦੇ ਸਾਹਮਣੇ ਬੜੀ ਹੀ ਮਾਮੂਲੀ ਜਿਹੀ ਲੱਗਣ ਲੱਗ ਪੈਂਦੀ ਸੀ। ਫਿਰ ਇਹ ਸੋਚ ਕੇ ਚੁੱਪ ਹੋ ਜਾਂਦਾ ਕਿ ਚਲੋ ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਇਹ ਗੱਲ ਮੈਨੂੰ ਜ਼ਰਾ ਤਸੱਲੀ ਦੇ ਜਾਂਦੀ ਸੀ। ਖੈਰ, ਸਮਝੌਤਾ ਹੋਣ ਦੇ ਨਾਲ ਮੈਂ ਆਪਣੇ ਲਿਖਣ ਪੜ੍ਹਨ ਵਾਲੇ ਕਾਰਜਾਂ ਨੂੰ ਦੁਬਾਰਾ ਤੋਂ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਸ਼ਤ 225ਵੀਂ। ਦਿਨ ਬੀਤਦੇ ਗਏ। ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ ਤੇ ਮੈਂ ਆਮ ਵਾਂਗ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ। ਮੈਂ ਕਿਸੇ ਕੋਲ ਵੀ ਇਸ ਸਮਝੌਤੇ ਬਾਰੇ ਭਾਫ਼ ਨਹੀਂ ਸੀ ਨਿਕਲਣ ਦਿੱਤੀ, ਕਿਉਂਕਿ ਗੁਰਨੇਕ ਦੀ ਖਸਲਤ ਅਨੁਸਾਰ ਅਜੇ ਇਸ ਸਮਝੌਤੇ ਦੇ ਪੱਕਾ ਹੋਣ ਦਾ ਘਰ ਦੇ ਕਿਸੇ ਵੀ ਜੀਅ ਨੂੰ ਭਰੋਸਾ ਨਹੀਂ ਸੀ। ਹੁਣ ਜੇ ਕੋਈ ਭੁੱਲ ਭੁਲੇਖੇ ਮੈਨੂੰ ਪੁੱਛਦਾ ਵੀ ਤਾਂ ਮੈਂ ਬਸ ਜਲਦੀ ਹੀ ਫੈਸਲਾ ਹੋਣ ਵਾਲਾ ਹੈ ਆਖ ਕੇ ਗੱਲ ਨੂੰ ਟਾਲ ਦਿੰਦਾ ਸਾਂ। ਹੁਣ ਇਹ ਮਸਲਾ ਠੰਡਾ ਵੀ ਪੈ ਚੁੱਕਾ ਸੀ, ਇਸ ਲਈ ਬਹੁਤ ਘੱਟ ਸਾਥੀ ਇਸ ਬਾਰੇ ਕੋਈ ਗੱਲ ਛੇੜਦੇ ਸਨ। ਅਦਾਲਤ ਦੁਆਰਾ ਮਿਥੀ ਗਈ ਤਾਰੀਖ ਵਾਲੇ ਦਿਨ ਮੈਂ ਫਿਰ ਅਦਾਲਤ ਵਿੱਚ ਚਲਾ ਗਿਆ। ਸਾਡੀ ਵਾਰੀ ਆਉਣ 'ਤੇ ਮੈਂ ਤੇ ਮੇਰਾ ਵਕੀਲ ਅਦਾਲਤ ਵਿੱਚ ਜੱਜ ਦੇ ਸਾਹਮਣੇ ਜਾ ਪੇਸ਼ ਹੋਏ। ਅਸੀਂ ਉਸ ਨੂੰ ਦੱਸ ਦਿੱਤਾ ਕਿ ਸਮਝੌਤਾ ਹੋ ਚੁੱਕਾ ਹੈ। ਸਮਝੌਤੇ ਬਾਰੇ ਸੁਣ ਕੇ ਉਹ ਬੜਾ ਹੀ ਖੁਸ਼ ਹੋਈ। ਉਸ ਨੇ ਸਾਨੂੰ ਦੂਜੀ ਧਿਰ ਦੇ ਆਉਣ ਦਾ ਇੰਤਜ਼ਾਰ ਕਰਨ ਲਈ ਆਖ ਦਿੱਤਾ। ਦੂਜੀ ਧਿਰ ਵੱਲੋਂ ਮੁਨਸ਼ੀ ਅਤੇ ਗੁਰਨੇਕ ਆ ਗਏ ਤੇ ਉਹਨਾਂ ਨੇ ਵੀ ਸਮਝੌਤੇ ਦੀ ਪ੍ਰੋੜਤਾ ਕਰ ਦਿੱਤੀ ਸੀ। ਜੱਜ ਨੇ ਕੁਝ ਸਮਾਂ ਸੋਚ ਕੇ ਆਖ ਦਿੱਤਾ ਕਿ ਇਸ 'ਤੇ ਲਿਖਤੀ ਫੈਸਲਾ ਅਗਲੀ ਲੋਕ ਅਦਾਲਤ ਵਿੱਚ ਦਿੱਤਾ ਜਾਵੇਗਾ। ਗੁਰਨੇਕ ਬੜਾ ਹੀ ਖੁਸ਼ ਹੋਇਆ ਤੇ ਮੈਨੂੰ ਸੁਣਾ ਕੇ ਮੁਨਸ਼ੀ ਨੂੰ ਆਖਣ ਲੱਗਾ, ਕੋਈ ਨਹੀਂ ਜੀ, ਮੈਂ ਲੋਕ ਅਦਾਲਤ ਵਿੱਚ ਵੀ ਆ ਜਾਵਾਂਗਾ। ਮੈਂ ਤਾਂ ਘਰੇ ਵਿਹਲਾ ਹੀ ਹੁੰਦਾ, ਨਾਲੇ ਮੌਜ ਮੇਲਾ ਹੋ ਜਾਵੇਗਾ। ਜੱਜ ਨੇ ਅਗਲੀ ਤਾਰੀਖ ਪਾ ਦਿੱਤੀ ਸੀ। ਅਗਲੀ ਤਾਰੀਖ ਪੈਣ ਬਾਰੇ ਸੋਚ ਕੇ ਮੇਰਾ ਅੰਦਰਲਾ ਬਾਹਰ ਨੂੰ ਆਉਣ ਲੱਗ ਪਿਆ ਸੀ। ਉਹ ਜੱਜ ਸੀ, ਇਸ ਲਈ ਮੈਂ ਉਸ ਨੂੰ ਕੀ ਆਖ ਸਕਦਾ ਸਾਂ। ਮੈਂ ਬੜੀ ਹੀ ਉਦਾਸੀ ਨਾਲ ਅਦਾਲਤ ਵਿੱਚੋਂ ਬਾਹਰ ਆ ਗਿਆ ਸਾਂ। ਮੈਂ ਵਕੀਲ ਨੂੰ ਇਸ ਸਭ ਦਾ ਕਾਰਨ ਪੁੱਛਿਆ ਤਾਂ ਉਹ ਆਖਣ ਲੱਗਾ, ਇਹਨਾਂ ਦੀ ਆਪਣੀ ਮਜਬੂਰੀ ਹੁੰਦੀ ਆ ਯਾਰ। ਇਹਨਾਂ ਨੂੰ ਉੱਪਰੋਂ ਕੋਟਾ ਪੂਰਾ ਕਰਨ ਦੇ ਹੁਕਮ ਮਿਲੇ ਹੁੰਦੇ ਨੇ ਕਿ ਲੋਕ ਅਦਾਲਤਾਂ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰੋ। ਲੋਕਾਂ ਵਿੱਚ ਹੰਕਾਰ ਹੀ ਇੰਨਾ ਵਸਿਆ ਪਿਆ ਕਿ ਉਹ ਜਲਦੀ ਸਮਝੌਤਾ ਕਰਦੇ ਹੀ ਨਹੀਂ। ਜੇ ਕੋਈ ਭੁੱਲਿਆ ਭਟਕਿਆ ਕਰ ਵੀ ਲੈਂਦਾ ਤਾਂ ਉਸ ਨੂੰ ਸਾਡਾ ਭਾਈਚਾਰਾ ਮੁਕਰਾ ਦਿੰਦਾ। ਇਸ ਲਈ ਜੱਜ ਅਜਿਹੇ ਕੇਸਾਂ ਨੂੰ ਲੋਕ ਅਦਾਲਤਾਂ ਤੱਕ ਟਾਲ ਕੇ ਆਪਣੇ ਕੋਟੇ ਨੂੰ ਪੂਰਾ ਕਰਨ ਦਾ ਯਤਨ ਕਰਦੇ ਰਹਿੰਦੇ ਨੇ। ਇਹ ਬੜਾ ਇਨਸਾਫ ਹੋਇਆ ਕਿ ਕੀਤੇ ਹੋਏ ਫੈਸਲੇ ਨੂੰ ਲਮਕਾਈ ਜਾਓ। ਜੱਜਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਨਹੀਂ ਪਤਾ ਲੱਗਦਾ ਕਿ ਆਮ ਲੋਕ ਇਹਨਾਂ ਥਾਣਿਆਂ ਕਚਹਿਰੀਆਂ ਤੋਂ ਕਿਵੇਂ ਖਹਿੜਾ ਛਡਵਾਉਣਾ ਚਾਹੁੰਦੇ ਨੇ। ਮੈਂ ਬੜੇ ਹੀ ਦੁਖੀ ਮਨ ਨਾਲ ਆਖਿਆ ਸੀ, ਭਾਈ ਉਹ ਜੱਜ ਹੈ, ਆਪਾਂ ਉਸ ਨੂੰ ਕੀ ਆਖ ਸਕਦੇ ਹਾਂ। ਇੱਥੇ ਸਭ ਹੀ ਮਜਬੂਰ ਨੇ। ਇਹ ਵੀ ਉਸ ਦੀ ਮਜਬੂਰੀ ਹੀ ਸੀ। ਵਕੀਲ ਨੇ ਸਫਾਈ ਦੇਣ ਵਾਲਿਆਂ ਵਾਂਗ ਆਖਿਆ ਸੀ। ਮੈਂ ਫਿਰ ਖਾਲੀ ਹੱਥ ਹੀ ਘਰ ਨੂੰ ਵਾਪਸ ਮੁੜ ਰਿਹਾ ਸਾਂ। ਘਰ ਵਿੱਚ ਸਭ ਨੂੰ ਉਮੀਦ ਸੀ ਕਿ ਅੱਜ ਸਾਡੇ ਗਲ ਪਿਆ ਹੋਇਆ ਮਰਿਆ ਸੱਪ ਲੈ ਜਾਣਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਸਾਰੇ ਜਣੇ ਮੇਰੇ ਘਰ ਆਉਣ ਦੀ ਉਡੀਕ ਵਿੱਚ ਬੈਠੇ ਸਨ। ਜਦ ਮੈਂ
ਉਹਨਾਂ ਨੂੰ ਇੱਕ ਹੋਰ ਤਾਰੀਖ ਪੈਣ ਬਾਰੇ ਦੱਸਿਆ ਤਾਂ ਹਰੇਕ ਦੇ ਚਿਹਰੇ 'ਤੇ ਉਦਾਸੀ ਛਾ ਗਈ। ਆਸ ਟੁੱਟ ਜਾਣ ਕਾਰਨ ਇਸ ਦਾ ਛਾ ਜਾਣਾ ਲਾਜ਼ਮੀ ਹੀ ਸੀ। ਅਗਲੀ ਤਾਰੀਖ 25 ਦਿਨ ਬਾਅਦ ਦੀ ਪਾਈ ਗਈ ਸੀ। ਹੁਣ ਸਾਨੂੰ ਨਾ ਚਾਹੁੰਦੇ ਹੋਏ ਵੀ ਇਹਨਾਂ 25 ਦਿਨਾਂ ਨੂੰ ਲੰਘਾਉਣਾ ਹੀ ਪੈਣਾ ਸੀ। ਕਿਸ਼ਤ 226ਵੀਂ। ਕੇਸ ਦੇ ਹੱਲ ਹੋ ਜਾਣ ਦੇ ਬਾਵਜੂਦ ਇਸ ਦਾ ਹੋਰ ਲਮਕ ਜਾਣਾ ਅਤੇ ਗੁਰਨੇਕ ਦੀ ਆਖੀ ਗਈ ਮੇਲੇ ਗੇਲੇ ਵਾਲੀ ਗੱਲ ਮੇਰੇ ਮਨ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਹੀ ਸੀ। ਮਨ ਵਿੱਚ ਇਹ ਡਰ ਵੀ ਸੀ ਕਿ ਇਸ ਦਾ ਕੀ ਪਤਾ ਲੋਕ ਅਦਾਲਤ ਵਾਲੇ ਦਿਨ ਆ ਕੇ ਫਿਰ ਮੁੱਕਰ ਜਾਵੇ। ਮੈਨੂੰ ਜੱਜ 'ਤੇ ਬੜਾ ਹੀ ਗੁੱਸਾ ਚੜ੍ਹ ਰਿਹਾ ਸੀ, ਜਿਸ ਨੇ ਲੋਕ ਅਦਾਲਤ ਵਿੱਚ ਹੱਲ ਕੀਤੇ ਹੋਏ ਕੇਸਾਂ ਦੀ ਗਿਣਤੀ ਵਧਾਉਣ ਦੀ ਖਾਤਰ ਹੀ ਮੇਰੇ ਕੇਸ ਨੂੰ ਹੋਰ ਲਮਕਾ ਦਿੱਤਾ ਸੀ। ਮੇਰਾ ਅਦਾਲਤਾਂ ਵਿੱਚ ਬਣਿਆ ਹੋਇਆ ਥੋੜ੍ਹਾ ਬਹੁਤਾ ਵਿਸ਼ਵਾਸ ਵੀ ਖਤਮ ਹੁੰਦਾ ਜਾ ਰਿਹਾ ਸੀ। ਮੇਰੇ ਲਈ ਤਸੱਲੀ ਦੀ ਸਿਰਫ ਇੱਕੋ ਹੀ ਗੱਲ ਸੀ ਕਿ ਇਹ ਲੋਕ ਅਦਾਲਤ ਈਦ ਦੀ ਛੁੱਟੀ ਵਾਲੇ ਦਿਨ ਲੱਗਣੀ ਸੀ। ਸਰਕਾਰੀ ਛੁੱਟੀ ਹੋਣ ਕਰਕੇ ਮੇਰੀ ਅਚਨਚੇਤ ਛੁੱਟੀ ਬਚ ਜਾਣੀ ਸੀ। ਕਰਦੇ ਕਰਾਉਂਦੇ ਈਦ ਵਾਲਾ ਦਿਨ ਆਉਣ 'ਤੇ ਮੈਂ ਕਚਹਿਰੀ ਵਿੱਚ ਪੁੱਜ ਗਿਆ। ਉੱਥੇ ਸੁੰਨਸਾਨ ਸੀ। ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਨ ਸਿਰਫ ਲੋਕ ਅਦਾਲਤ ਵਿੱਚ ਲੱਗੇ ਕੇਸਾਂ ਵਾਲਿਆਂ ਨੇ ਹੀ ਆਉਣਾ ਸੀ। ਇਸ ਲਈ ਇੱਥੇ ਟਾਵਾਂ-ਟਾਵਾਂ ਬੰਦਾ ਹੀ ਵਿਖਾਈ ਦੇ ਰਿਹਾ ਹੈ। ਮੈਂ ਕਚਹਿਰੀ ਦੇ ਕੰਪਲੈਕਸ ਅੰਦਰ ਵੜ ਕੇ ਗੇੜਾ ਕੱਢਿਆ। ਸਾਰੇ ਹੀ ਕਮਰੇ ਬੰਦ ਪਏ ਸਨ। ਫਿਰ ਮੈਂ ਆਪਣੇ ਵਕੀਲ ਦੇ ਚੈਂਬਰ ਅੱਗੇ ਪੁੱਜ ਗਿਆ। ਉਹ ਵੀ ਬੰਦ ਪਿਆ ਸੀ। ਦਰਵਾਜ਼ੇ ਦੇ ਕੁੰਡੇ ਨਾਲ ਲਮਕਦੇ ਹੋਏ ਜਿੰਦਰੇ ਨੇ ਮੇਰਾ ਸਵਾਗਤ ਕੀਤਾ। 5-10 ਮਿੰਟ ਉਡੀਕ ਕਰਨ ਤੋਂ ਬਾਅਦ ਮੈਂ ਆਪਣੇ ਵਕੀਲ ਨੂੰ ਫੋਨ ਮਿਲਾ ਲਿਆ ਅਤੇ ਉਸ ਨੂੰ ਅਦਾਲਤ ਵਿੱਚ ਨਾ ਆਉਣ ਦਾ ਕਾਰਨ ਪੁੱਛਿਆ। ਉਸ ਦੇ ਜਵਾਬ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ, ਕਿਉਂਕਿ ਈਦ ਦੇ ਕਾਰਨ ਲੋਕ ਅਦਾਲਤ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਇਹ ਸਾਰੇ ਕੇਸ ਅਗਲੀ ਲੋਕ ਅਦਾਲਤ ਵਿੱਚ ਹੀ ਵਿਚਾਰੇ ਜਾਣੇ ਸਨ। ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਅਗਲੀ ਲੋਕ ਅਦਾਲਤ ਲੱਗਣ ਦੀ ਕੋਈ ਵੀ ਪੱਕੀ ਤਾਰੀਖ ਨਿਸ਼ਚਿਤ ਨਹੀਂ ਕੀਤੀ ਗਈ ਹੈ, ਸੋ ਇਸ ਕੇਸ ਦੀ ਅਗਲੀ ਸੁਣਵਾਈ ਬਾਰੇ ਭਲਕੇ ਹੀ ਪਤਾ ਲੱਗ ਸਕਣਾ ਸੀ। ਹੁਣ ਫਿਰ ਮੈਨੂੰ ਜੱਜ 'ਤੇ ਰਹਿ ਕੇ ਗੁੱਸਾ ਆ ਰਿਹਾ ਸੀ, ਜਿਸ ਨੇ ਮੇਰੇ ਕੇਸ ਨੂੰ ਆਪਣੇ ਲਾਲਚ ਵੱਸ ਹੀ ਘੁੰਮਣ ਘੇਰੀ 'ਚ ਪਾ ਦਿੱਤਾ ਸੀ। ਮੈਂ ਜਿੰਨਾ ਲੋਕ ਅਦਾਲਤਾਂ ਬਾਰੇ ਪੜ੍ਹਿਆ ਸੀ ਅਤੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹਾਂ, ਉਸ ਮੁਤਾਬਕ ਇਹਨਾਂ ਲੋਕ ਅਦਾਲਤਾਂ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਛੇਤੀ ਤੋਂ ਛੇਤੀ ਨਿਆਂ ਦਿਵਾਉਣਾ ਹੁੰਦਾ ਹੈ। ਜਿਸ ਤਰ੍ਹਾਂ ਦੀ ਲੋਕ ਅਦਾਲਤ ਦਾ ਮੈਂ ਨਾ ਚਾਹੁੰਦੇ ਹੋਏ ਵੀ ਸਾਹਮਣਾ ਕਰਨ ਲਈ ਮਜਬੂਰ ਸਾਂ, ਉਹੋ ਜਿਹੀਆਂ ਲੋਕ ਅਦਾਲਤਾਂ 'ਚੋਂ ਛੇਤੀ ਨਿਆਂ ਮਿਲਣ ਦੀ ਸਿੱਖਿਆ ਹੁਣ ਮੈਂ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਦੇ ਸਕਾਂਗਾ। ਇਹ ਗੱਲ ਮੇਰੀ ਸੋਚ 'ਤੇ ਭਾਰੂ ਹੋਈ ਜਾ ਰਹੀ ਸੀ। ਕਿਸ਼ਤ 227ਵੀਂ। ਮੈਂ ਜੋ ਕੁਝ ਵੀ ਪੜ੍ਹਿਆ ਸੀ ਜਾਂ ਅੱਜ ਪੜ੍ਹਾ ਰਿਹਾ ਸਾਂ, ਅਸਲ ਜ਼ਿੰਦਗੀ ਵਿੱਚ ਉਸ ਤੋਂ ਬਿਲਕੁਲ ਹੀ ਉਲਟ ਵਾਪਰ ਰਿਹਾ ਸੀ। ਮਨ ਵਿੱਚ ਕਈ ਸਵਾਲ ਉਪਜਣੇ ਸੁਭਾਵਿਕ ਸਨ ਕਿ ਇਹ ਕਿਹੋ ਜਿਹੀਆਂ ਲੋਕ ਅਦਾਲਤਾਂ ਹਨ ਜਿਹੜੀਆਂ ਕਈ ਸਾਲਾਂ ਬਾਅਦ ਮਸਾਂ ਨਿਬੜੇ ਹੋਏ ਕੇਸਾਂ ਨੂੰ ਹੋਰ ਵੀ ਲਮਕਾਉਣ ਦਾ ਕਾਰਕ ਬਣ ਰਹੀਆਂ ਹਨ। ਅਦਾਲਤਾਂ ਦੇ ਪ੍ਰਬੰਧਕਾਂ ਨੂੰ ਕਿਹੜਾ ਪਤਾ ਨਹੀਂ ਹੋਣਾ ਕਿ ਲੋਕ ਅਦਾਲਤ ਲਾਉਣ ਵਾਲੇ ਦਿਨ ਈਦ ਦੀ ਛੁੱਟੀ ਹੈ। ਉਹ ਅਜਿਹੇ ਮਹੱਤਵਪੂਰਨ ਦਿਨ ਨਿਰਧਾਰਤ ਕਰਨ ਤੋਂ ਪਹਿਲਾਂ ਇਸ ਦੇ ਸਾਰੇ ਪਹਿਲੂਆਂ ਬਾਰੇ ਵਿਚਾਰ ਕਿਉਂ ਨਹੀਂ ਕਰਦੇ। ਇੱਕ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਛੁੱਟੀ ਦਾ ਐਲਾਨ ਕਰ ਦੇਣ ਨਾਲ ਮੇਰੇ ਸਮੇਤ ਪਤਾ ਨਹੀਂ ਦੇਸ਼ ਦੇ ਕਿੰਨੇ ਕੁ ਲੋਕਾਂ ਦੀ ਖੱਜਲ ਖੁਆਰੀ ਹੋਈ ਹੋਵੇਗੀ। ਕਿੰਨੇ ਲੋਕਾਂ ਨੇ ਆਪਣਾ ਜ਼ਰੂਰੀ ਕੰਮ ਛੱਡਿਆ ਹੋਵੇਗਾ।
ਇਸ ਦਾ ਤਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤਾਂ ਚਲੋ ਅਦਾਲਤ ਤੋਂ ਕੇਵਲ 2-3 ਕਿਲੋਮੀਟਰ ਦੀ ਦੂਰੀ 'ਤੇ ਹੀ ਬੈਠਾ ਸਾਂ, ਪਰ ਜਿਨ੍ਹਾਂ ਲੋਕਾਂ ਨੇ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਣਾ ਸੀ ਅਤੇ ਖਾਲੀ ਹੱਥ ਵਾਪਸ ਪਰਤ ਆਉਣਾ ਸੀ, ਉਹਨਾਂ ਦੀ ਮਾਨਸਿਕ ਦਸ਼ਾ ਦਾ ਅੰਦਾਜ਼ਾ ਲਾਉਣਾ ਔਖਾ ਹੀ ਨਹੀਂ, ਸਗੋਂ ਅਸੰਭਵ ਹੀ ਹੈ। ਇਹ ਨਿਆਇਕ ਢਾਂਚਾ ਕਿਸ ਤਰ੍ਹਾਂ ਦਾ ਹੈ? ਮੈਨੂੰ ਆਪਣੇ ਵਕੀਲ 'ਤੇ ਵੀ ਗੁੱਸਾ ਆ ਰਿਹਾ ਸੀ। ਜੇ ਛੁੱਟੀ ਦਾ ਐਲਾਨ ਹੋ ਹੀ ਗਿਆ ਸੀ ਤਾਂ ਘੱਟੋ-ਘੱਟ ਉਸ ਦਾ ਮੈਨੂੰ ਸੂਚਿਤ ਕਰਨਾ ਤਾਂ ਬਣਦਾ ਹੀ ਸੀ, ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਮੈਂ ਆਪਣੇ ਦੇਸ਼ ਦੇ ਨਿਆਂ ਪ੍ਰਬੰਧ 'ਤੇ ਝੂਰਦਾ ਹੋਇਆ ਘਰ ਨੂੰ ਵਾਪਸ ਪਰਤ ਆਇਆ। ਮੈਨੂੰ ਉਡੀਕ ਰਹੇ ਘਰਦਿਆਂ ਦੀ ਉਮੀਦ 'ਤੇ ਪਹਿਲਾਂ ਵਾਂਗ ਇੱਕ ਵਾਰ ਫਿਰ ਪਾਣੀ ਫਿਰ ਗਿਆ। ਅਗਲੇ ਦਿਨ ਦੁਪਹਿਰੋਂ ਬਾਅਦ ਮੈਂ ਆਪਣੇ ਵਕੀਲ ਨੂੰ ਫੋਨ ਕੀਤਾ ਅਤੇ ਅਗਾਂਹ ਵਾਲੀ ਤਰੀਕ ਬਾਰੇ ਪੁੱਛਿਆ। ਲੋਕ ਅਦਾਲਤ ਦੀ ਮਿਤੀ ਤਾਂ ਨਿਰਧਾਰਤ ਨਹੀਂ ਕੀਤੀ ਗਈ ਸੀ, ਪਰ ਸਾਡੀ ਅਗਲੀ ਤਾਰੀਖ 1.5 ਮਹੀਨੇ ਦੇ ਵਕਫੇ ਬਾਅਦ ਦੀ ਪਾਈ ਗਈ ਸੀ। ਇਸ ਨਾਲ ਮੇਰੇ ਘਰ ਦੇ ਵੀ ਥੋੜ੍ਹੀ ਜਿਹੀ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਸਨ, ਪਰ ਮੇਰੀ ਮਾਂ ਨੇ ਆਖਿਆ ਸੀ, ਉਹ ਕੋਈ ਗੱਲ ਨਹੀਂ ਪੁੱਤ, ਥੋੜ੍ਹੇ ਜਿਹੇ ਦਿਨਾਂ ਬਾਅਦ ਤਾਂ 1.5 ਮਹੀਨਾ ਹੋ ਜਾਣਾ। ਜਿੱਥੇ ਅੱਗੇ ਸਾਲ ਸਵਾ ਸਾਲ ਲੰਘ ਗਿਆ, ਇਹ 1.5 ਮਹੀਨਾ ਵੀ ਲੰਘ ਹੀ ਜਾਣਾ। ਕਿਸ਼ਤ 228ਵੀਂ। ਦਿਨ ਆਪਣੀ ਚਾਲੇ ਲੰਘ ਰਹੇ ਸਨ। ਇੱਕ ਦਿਨ ਮੁਹੱਲੇ ਦਾ ਹੀ ਸਾਡਾ ਇੱਕ ਪੱਖੀ ਸੱਜਣ ਮੇਰੇ ਕੋਲੋਂ ਕੇਸ ਦਾ ਵਿਸਥਾਰ ਪੁੱਛਣ ਲੱਗ ਪਿਆ। ਉਸ ਦਾ ਵਿਚਾਰ ਸੀ ਕਿ ਜਦ ਸਮਝੌਤਾ ਹੋ ਗਿਆ ਹੈ ਤਾਂ ਕੰਧ ਕਰਕੇ ਸਾਰਾ ਮਸਲਾ ਨਿਬੇੜ ਹੀ ਦੇਣਾ ਚਾਹੀਦਾ ਹੈ। ਉਸ ਨੇ ਗਰਨੇਕ ਨਾਲ ਗੱਲਬਾਤ ਕਰਨ ਬਾਰੇ ਆਖਿਆ, ਜਿਸ ਨੂੰ ਮੈਂ ਵੀ ਸਹਿਮਤੀ ਦੇ ਦਿੱਤੀ। ਤੀਜੇ ਕੁ ਦਿਨ ਉਹ ਮੈਨੂੰ ਫਿਰ ਮਿਲ ਪਿਆ ਤੇ ਉਸ ਨੇ ਮੈਨੂੰ ਦੱਸਿਆ, ਯਾਰ ਮੈਂ ਗਰਨੇਕ ਨਾਲ ਗੱਲ ਕੀਤੀ ਸੀ, ਪਰ ਉਹ ਅਦਾਲਤ ਦੇ ਲਿਖਤੀ ਫੈਸਲੇ ਤੋਂ ਪਹਿਲਾਂ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੈ। ਫਿਰ ਆਖਣ ਲੱਗਾ, ਮੈਂ ਤਾਂ ਉਸ ਨੂੰ ਇਹ ਵੀ ਆਖ ਦਿੱਤਾ ਸੀ ਕਿ ਤੂੰ ਉਹਨਾਂ ਨੂੰ ਗਲਤ ਸਮਝ ਕੇ ਸਹੀ ਬੰਦਿਆਂ ਨਾਲ ਪੰਗਾ ਲੈ ਬੈਠਾ। ਉਹ 21ਵੀਂ ਸਦੀ ਦੇ ਪੜ੍ਹੇ ਲਿਖੇ ਬੰਦੇ ਨੇ, ਤੇਰੇ ਤੋਂ ਪੈਸੇ ਪੱਖੋਂ ਤਾਂ ਕੀ, ਬੰਦਿਆਂ ਪੱਖੋਂ ਵੀ ਘੱਟ ਨਹੀਂ। ਜੇ ਤੇਰੇ ਨਾਲ 4 ਤੁਰਦੇ ਨੇ ਤਾਂ ਉਹਨਾਂ ਨਾਲ 40 ਹੁੰਦੇ ਨੇ। ਨਾਲੇ ਤੂੰ ਹੈ ਵੀ ਗਲਤ। ਜੇ ਮੇਰੀ ਗੱਲ ਝੂਠ ਹੈ ਤਾਂ ਤੂੰ ਪਰਤਿਆ ਕੇ ਵੇਖ ਲਵੀਂ ਭਾਈ, ਬਾਕੀ ਤੂੰ ਤਾਂ ਉਹਨਾਂ ਬਾਰੇ ਜ਼ਿਆਦਾ ਹੀ ਜਾਣ ਗਿਆ ਹੋਵੇਂਗਾ। ਆਪਣੀ ਕੀਤੀ ਗਈ ਗੱਲ ਨਾਲ ਮੇਰੀ ਹਾਂ ਮਿਲਦੀ ਵੇਖ ਕੇ ਉਹ ਫਿਰ ਆਖਣ ਲੱਗਾ, ਮੈਂ ਤਾਂ ਉਹਨੂੰ ਦੱਸਤਾ ਸੀ ਕਿ ਉਹ ਸਿੱਧਿਆਂ ਨਾਲ ਸਿੱਧੇ ਨੇ ਤੇ ਟੇਢਿਆਂ ਨਾਲ ਟੇਢੇ। ਉਹਨਾਂ ਦਾ ਪਿੰਡ ਵੀ ਕੋਈ ਜ਼ਿਆਦਾ ਦੂਰ ਨਹੀਂ। ਜੇਕਰ ਤੈਨੂੰ ਮੇਰਾ ਯਕੀਨ ਨਹੀਂ ਤਾਂ ਉੱਥੇ ਲੈ ਚੱਲਾਂਗਾ। ਤੂੰ ਸਮਝਦਾ ਹੈ ਕਿ ਉਹ ਮੈਦਾਨ ਛੱਡ ਕੇ ਭੱਜ ਜਾਣਗੇ, ਪਰ ਮੇਰੀ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਉਹਨਾਂ ਦੀ ਗਿਣਤੀ ਡਟ ਕੇ ਲੜਨ ਵਾਲਿਆਂ ਵਿੱਚ ਹੀ ਹੁੰਦੀ ਆ। ਉਹ ਤਾਂ ਅੱਤਵਾਦ ਦੇ ਦਿਨਾਂ ਵਿੱਚ ਨਹੀਂ ਸੀ ਡੋਲੇ। ਤੂੰ ਕੀ ਸਮਝਦਾ ਉਹਨਾਂ ਨੂੰ? ਨਹੀਂ ਵੀਰ ਜੀ, ਜੇ ਅਸੀਂ ਇੰਨੇ ਹੀ ਖਤਰਨਾਕ ਹੁੰਦੇ ਤਾਂ ਇਹਨੇ ਸਾਡੇ ਨਾਲ ਪੰਗਾ ਹੀ ਨਹੀਂ ਸੀ ਲੈਣਾ। ਅਸੀਂ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਹਾਂ, ਕੰਮ ਕਰਦੇ ਹਾਂ ਅਤੇ ਰੋਟੀ ਖਾਂਦੇ ਹਾਂ, ਕਦੇ ਕਿਸੇ ਦਾ ਬੁਰਾ ਨਹੀਂ ਕਰੀਦਾ। ਮੈਂ ਉਸ ਦੀ ਗੱਲ ਟੋਕ ਦਿੱਤੀ। ਉਹ ਬੋਲਿਆ, ਮੈਂ ਤਾਂ ਉਸ ਨੂੰ ਆਖ ਦਿੱਤਾ ਸੀ ਕਿ ਤੂੰ ਕਿਸੇ ਨੂੰ ਡਰਾ ਧਮਕਾ ਕੇ ਦਬਾਅ ਦੇਣ ਵਾਲੇ ਆਪਣੇ 25 ਸਾਲ ਪੁਰਾਣੇ ਫਾਰਮੂਲੇ ਛੱਡ ਦੇ। ਇਹ ਤਾਂ ਐਵੇਂ ਅਣਜਾਣ ਲੋਕਾਂ ਨੂੰ ਡਰਾਉਣ ਵਾਸਤੇ ਫੋਕੇ ਫਿੰਟਰ ਹੀ ਹੁੰਦੇ ਨੇ। ਹੁਣ ਨਹੀਂ ਇਹ ਚੱਲਣੇ। ਪਹਿਲਾਂ ਵਾਲੀਆਂ ਗੱਲਾਂ ਗਈਆਂ ਹੁਣ। ਉਹ ਆਪਣੀ ਗੱਲ ਆਖ ਗਿਆ ਸੀ ਅਤੇ ਫਿਰ ਉਹ ਮੈਨੂੰ ਕੁਝ ਹੋਰ ਦਿਨ ਉਡੀਕ ਕਰ ਲੈਣ ਦੀ ਸਲਾਹ ਅਤੇ ਹੌਸਲਾ ਦੇ ਕੇ ਚਲਾ ਗਿਆ। ਮੈਂ ਸਮਝ ਗਿਆ ਕਿ ਗੁਰਨੇਕ ਇਸ ਮਸਲੇ ਨੂੰ ਵੱਧ ਤੋਂ ਵੱਧ ਸਮਾਂ ਲਮਕਾਉਣਾ ਚਾਹੁੰਦਾ ਹੈ। ਚਲੋ ਜੀ, ਉਸ ਦੀ ਮਰਜ਼ੀ, ਆਖ ਕੇ ਮੈਂ ਸਬਰ ਦਾ ਘੁੱਟ ਭਰ ਲਿਆ। ਕਿਸ਼ਤ 229ਵੀਂ। ਦਿਨ ਲੰਘਦੇ ਜਾ ਰਹੇ ਸਨ। ਇੱਕ ਦਿਨ ਮੈਨੂੰ ਨਗਰ ਨਿਗਮ ਦੇ ਇੱਕ ਜੇਈ ਦਾ ਫੋਨ ਆ ਗਿਆ ਅਤੇ
ਉਸ ਨੇ ਮੇਰੇ ਦੁਆਰਾ ਗੁਰਨੇਕ ਦੇ ਖਿਲਾਫ ਕੀਤੀ ਹੋਈ ਸ਼ਿਕਾਇਤ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ। ਮੈਂ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਗੱਲੀਂ ਬਾਤੀਂ ਉਹ ਮੇਰੇ 'ਤੇ ਦਬਾਅ ਪਾਉਣ ਲੱਗ ਪਿਆ ਕਿ ਜਦ ਤੁਹਾਡਾ ਸਮਝੌਤਾ ਹੋ ਗਿਆ ਹੈ ਤਾਂ ਇਹ ਸ਼ਿਕਾਇਤ ਵਾਪਸ ਲੈ ਲਵੋ। ਮੈਂ ਸਾਫ਼ ਸ਼ਬਦਾਂ ਵਿੱਚ ਇਨਕਾਰ ਕਰਕੇ ਉਸ ਨੂੰ ਆਖ ਦਿੱਤਾ ਕਿ ਜਿੰਨਾ ਚਿਰ ਅਦਾਲਤ ਦੇ ਫੈਸਲੇ ਦੀ ਕਾਪੀ ਮੈਨੂੰ ਨਹੀਂ ਮਿਲ ਜਾਂਦੀ, ਮੈਂ ਓਨਾ ਚਿਰ ਸ਼ਿਕਾਇਤ ਵਾਪਸ ਲੈਣ ਵਾਸਤੇ ਕੁਝ ਵੀ ਲਿਖ ਕੇ ਨਹੀਂ ਦੇਵਾਂਗਾ। ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਜਦ ਗੁਰਨੇਕ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈ ਤਾਂ ਮੈਂ ਆਪਣੀ ਸ਼ਿਕਾਇਤ ਵਾਪਸ ਕਿਉਂ ਲਵਾਂ। ਮੈਨੂੰ ਵੀ ਖਤਰਾ ਸੀ ਕਿ ਮੇਰੀ ਸ਼ਿਕਾਇਤ ਵਾਪਸ ਹੋਣ ਦੀ ਸੂਰਤ ਵਿੱਚ ਗੁਰਨੇਕ ਅਗਲੀ ਤਰੀਕ 'ਤੇ ਮੀਡੀਏਸ਼ਨ ਵਾਲੇ ਸਮਝੌਤੇ ਤੋਂ ਮੁੱਕਰ ਸਕਦਾ ਹੈ। ਮੇਰਾ ਉਸ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਾ ਸੀ। ਜਿਹੜਾ ਬੰਦਾ ਆਪ ਪੂਰੀ ਤਰ੍ਹਾਂ ਗਲਤ ਹੁੰਦੇ ਹੋਏ ਵੀ ਮੈਨੂੰ 1.25 ਸਾਲ ਦੇ ਕਰੀਬ ਥਾਣਿਆਂ ਕਚਹਿਰੀਆਂ ਵਿੱਚ ਘੜੀਸ ਸਕਦਾ ਹੈ ਤਾਂ ਇਹੋ ਜਿਹੇ ਘਤਿੱਤੀ ਬੰਦੇ 'ਤੇ ਵਿਸ਼ਵਾਸ ਕਰਨਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸੀ। ਇਸ ਗੱਲ ਨੂੰ ਅਜੇ 2 ਦਿਨ ਹੀ ਹੋਏ ਸਨ ਕਿ ਮੈਨੂੰ ਆਪਣੇ ਘਰ ਵੱਲ ਜਾਂਦਿਆਂ ਗੁਰਨੇਕ ਦਿਸ ਪਿਆ। ਮੈਂ ਪਹਿਲਾਂ ਸੋਚੇ ਮੁਤਾਬਕ ਉਸ ਦੇ ਕੋਲੋਂ ਲੰਘਣ ਵੇਲੇ ਉਸ ਦੇ ਨਾਲ ਅੱਖ ਨਾ ਮਿਲਾਈ, ਪਰ ਮੇਰੀ ਚੋਰ ਅੱਖ ਉਸ ਵਿੱਚ ਹੀ ਸੀ। ਮੈਨੂੰ ਵੇਖ ਉਸ ਨੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੀ, ਪਰ ਮੇਰੇ ਵੱਲੋਂ ਅਣਗੌਲਿਆ ਕਰਨ ਕਾਰਨ ਉਸ ਦੇ ਕੰਬਦੇ ਹੋਏ ਹੱਥ ਆਪਣੀ ਛਾਤੀ ਕੋਲੋਂ ਬਿਨਾਂ ਜੁੜਿਆਂ ਹੀ ਆਪਣੇ ਆਪ ਵਾਪਸ ਹੇਠਾਂ ਹੋ ਗਏ। ਉਸ ਨੂੰ ਤੁਰਨ ਵਿੱਚ ਤਕਲੀਫ ਹੋ ਰਹੀ ਸੀ। ਉਹ ਕੰਧ ਨੂੰ ਹੱਥ ਪਾ ਕੇ ਚੱਲ ਰਿਹਾ ਸੀ। ਮੇਰੇ ਲਈ ਉਸ ਦੀ ਇਹ ਹਾਲਤ ਅਣਕਿਆਸੀ ਹੀ ਸੀ। ਸਦਾ ਹੀ ਖਚਰੀ ਹਾਸੀ ਹੱਸਦਾ ਰਹਿਣ ਵਾਲਾ ਟੁੱਚਰੀ ਅਤੇ ਮੁਹੱਲੇ 'ਤੇ ਰੋਹਬ ਰੱਖ ਕੇ ਅੱਧੀ ਤੋਂ ਵੱਧ ਗਲੀ ਨੱਪੀ ਬੈਠੇ ਇੱਕ ਸ਼ਾਤਰ ਬੰਦੇ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋਣਾ ਵੀ ਔਖਾ ਲੱਗ ਰਿਹਾ ਸੀ। ਮੈਂ ਸਮਝਿਆ ਕਿ ਜ਼ਰੂਰ ਇਹ ਬਿਮਾਰ ਹੋ ਗਿਆ ਹੋਵੇਗਾ। ਸ਼ਾਇਦ ਇਸ ਲਈ ਹੀ ਇਸ ਦੀ ਇਹ ਹਾਲਤ ਹੋ ਗਈ ਹੈ। ਮੇਰਾ ਇਹ ਵਹਿਮ ਉਸ ਸ਼ਾਮ ਨੂੰ ਹੀ ਟੁੱਟ ਗਿਆ ਸੀ ਜਦ ਅੰਕਲ ਸੋਹਣ ਸਿੰਘ ਅਤੇ ਹੀਰਾ ਸਿੰਘ ਸਾਡੇ ਘਰ ਅਚਨਚੇਤ ਹੀ ਮਿਲਣ ਲਈ ਆ ਗਏ। ਸੋਹਣ ਸਿੰਘ ਨਗਰ ਨਿਗਮ ਦੇ ਕਰਮਚਾਰੀ ਹੋਣ ਕਾਰਨ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਉਪ ਮੁੱਖ ਮੰਤਰੀ ਨੂੰ ਕੀਤੀ ਹੋਈ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ ਅਤੇ ਵਿਜੀਲੈਂਸ ਨੇ ਇਸ ਸੰਬੰਧੀ ਆਪਣੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਕਿਸ਼ਤ 230ਵੀਂ। ਵਿਜੀਲੈਂਸ ਦੀ ਪੜਤਾਲ ਸ਼ੁਰੂ ਹੋਣ ਕਾਰਨ ਇਸ ਕੇਸ ਨਾਲ ਸੰਬੰਧਿਤ ਨਗਰ ਨਿਗਮ ਦੇ ਸਭ ਕਰਮਚਾਰੀਆਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ। ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਕਾਰਵਾਈ ਤੋਂ ਬਚਾਉਣ ਹਿੱਤ ਗੁਰਨੇਕ ਨੂੰ ਆਪਣਾ ਨਜਾਇਜ਼ ਕਬਜ਼ਾ 10 ਦਿਨਾਂ ਦੇ ਵਿੱਚ ਹਟਾ ਲੈਣ ਦਾ ਸਖਤ ਨੋਟਿਸ ਜਾਰੀ ਕਰ ਦਿੱਤਾ ਹੈ। ਗੁਰਨੇਕ ਵੀ ਬਹੁਤ ਜ਼ਿਆਦਾ ਡਰ ਗਿਆ ਹੈ ਅਤੇ ਕਮਿਸ਼ਨਰ ਕੋਲ ਵੱਖ-ਵੱਖ ਰਾਜਨੀਤਿਕ ਬੰਦਿਆਂ ਦੀਆਂ ਸਿਫਾਰਸ਼ਾਂ ਪਵਾ ਰਿਹਾ ਹੈ। ਕਮਿਸ਼ਨਰ IAS ਅਧਿਕਾਰੀ ਹੋਣ ਅਤੇ ਸ਼ਿਕਾਇਤ ਉਪ ਮੁੱਖ ਮੰਤਰੀ ਦੇ ਦਫ਼ਤਰੋਂ ਨੰਬਰ ਲੱਗ ਕੇ ਆਈ ਹੋਣ ਕਾਰਨ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨਦਾ ਹੈ। ਇਹ ਤਾਂ ਫਿਰ ਵੀ ਵਿਜੀਲੈਂਸ ਦੀ ਜਾਂਚ ਹੈ। ਇਸ ਵਿੱਚ ਤਾਂ ਉਸ ਨੇ ਕਿਸੇ ਦੀ ਕੀ ਮੰਨਣੀ ਸੀ। ਮੈਨੂੰ ਸਮਝਣ ਵਿੱਚ ਜ਼ਰਾ ਵੀ ਦੇਰ ਨਾ ਲੱਗੀ ਕਿ ਗੁਰਨੇਕ ਦੇ ਹੱਥ ਉਦੋਂ ਕਿਉਂ ਕੰਬ ਰਹੇ ਸਨ ਤੇ ਉਹ ਤੁਰਨ ਲੱਗਾ ਕੰਧ ਦਾ ਸਹਾਰਾ ਕਿਉਂ ਲੈ ਰਿਹਾ ਸੀ। ਹੁਣ ਮੈਂ ਕੀ ਕਰ ਸਕਦਾ ਸਾਂ ਜਦ ਉਹ ਆਪ ਹੀ ਇਸ ਮਸਲੇ ਨੂੰ ਲਮਕਾਉਣਾ ਚਾਹੁੰਦਾ ਸੀ ਤੇ ਮਸਲਾ ਲਮਕੀ ਜਾ ਰਿਹਾ ਸੀ। ਉਹ ਕੰਬਲ ਨੂੰ ਫੜਨਾ ਚਾਹੁੰਦਾ ਸੀ ਪਰ ਹੁਣ ਕੰਬਲ ਨੇ ਉਸ ਨੂੰ ਫੜ ਲਿਆ ਸੀ ਤੇ ਉਹ ਚਾਹ ਕੇ ਵੀ ਕੰਬਲ ਤੋਂ ਆਪਣਾ ਖਹਿੜਾ ਨਹੀਂ ਛਡਵਾ ਸਕਦਾ ਸੀ। ਇਹ ਸਭ ਕੁਝ ਉਸ ਦਾ ਹੀ ਬੀਜਿਆ ਹੋਇਆ ਸੀ ਜਿਹੜਾ ਉਸ ਨੂੰ ਵੱਢਣਾ ਪੈ ਰਿਹਾ ਸੀ।
ਅਗਲੇ ਦਿਨ ਯਾਦਵਿੰਦਰ ਨੇ ਨਗਰ ਨਿਗਮ ਵਾਲੇ ਆਪਣੇ CID ਦਲ ਨੂੰ ਚੌਕਸ ਕਰ ਦਿੱਤਾ। ਸ਼ਾਮ ਨੂੰ ਹੀ ਸਾਨੂੰ ਪਤਾ ਲੱਗ ਗਿਆ ਕਿ ਗੁਰਨੇਕ ਕਿਸੇ ਸਥਾਨਕ ਰਾਜਨੀਤਿਕ ਬੰਦੇ ਨੂੰ ਲੈ ਕੇ ਕਮਿਸ਼ਨਰ ਨੂੰ ਮਿਲਿਆ ਸੀ ਤੇ ਉਸ ਨੂੰ ਆਖਣ ਲੱਗ ਪਿਆ ਸੀ ਕਿ ਸਾਡਾ ਸਮਝੌਤਾ ਹੋ ਗਿਆ ਹੈ, ਇਸ ਲਈ ਕੇਸ ਨੂੰ ਰਫਾ ਦਫਾ ਕਰ ਦਿਓ। ਕਮਿਸ਼ਨਰ ਉਸ ਦੀ ਗੱਲ ਸੁਣ ਕੇ ਭੜਕ ਉੱਠਿਆ ਸੀ। ਤੈਨੂੰ ਨੋਟਿਸ ਵੇ 10 ਦਿਨ ਦਿੱਤੇ ਸੀ, 3 ਬੀਤ ਗਏ ਨੇ ਤੇ 7 ਰਹਿ ਗਏ। ਸਾਡੇ ਲਈ 10 ਦਿਨ ਦਾ ਮਤਲਬ 10 ਆ। ਜੇ 10 ਤੋਂ 1 ਦਿਨ ਪਹਿਲਾਂ ਤੱਕ ਸਮਝੌਤੇ ਦੀ ਕਾਪੀ ਮੇਰੇ ਇਸ ਟੇਬਲ ਤੇ ਨਾ ਆਈ ਤਾਂ ਆਪਣੇ ਚੁਬਾਰੇ ਵਿੱਚੋਂ ਸਮਾਨ ਬਾਹਰ ਕੱਢ ਲਵੀਂ। ਫਿਰ ਆਖੇਂਗਾ ਕਿ ਨਾਲੇ ਮਕਾਨ ਢਾਹ ਗਏ ਤੇ ਨਾਲੇ ਸਮਾਨ ਵੀ ਖਰਾਬ ਕਰ ਗਏ। ਸ਼ਾਇਦ ਤੈਨੂੰ ਸਾਡੇ ਮਹਿਕਮੇ ਦੇ ਕੰਮ ਕਰਨ ਦੇ ਤਰੀਕੇ ਬਾਰੇ ਅਜੇ ਕੁਝ ਪਤਾ ਨਹੀਂ। ਬਲਡੋਜ਼ਰ ਦੇ ਕਿਰਾਏ ਵਾਸਤੇ ਪੈਸੇ ਵੀ ਤਿਆਰ ਰੱਖੀ, ਉਹ ਵੀ ਤੈਨੂੰ ਹੀ ਪੈਣੇ ਆ। ਕਮਿਸ਼ਨਰ ਦੀ ਗੱਲ ਸੁਣਦਿਆਂ ਗੁਰਨੇਕ ਤੇ ਉਸ ਦਾ ਸਿਫਾਰਸ਼ੀ ਆਗੂ ਤਾਂ ਜਾਣੋ ਗੁੰਮ-ਸੁੰਮ ਹੀ ਹੋ ਗਏ ਸਨ। ਦਫ਼ਤਰ ਵਿੱਚੋਂ ਬਾਹਰ ਨਿਕਲਦਿਆਂ ਗੁਰਨੇਕ ਤਰੇਲੀਓ ਤਰੇਲੀ ਹੋਇਆ ਪਿਆ ਸੀ ਤੇ ਆਪਣੀ ਸਿਫਾਰਿਸ਼ ਨਾ ਚੱਲਣ ਕਾਰਨ ਉਹ ਆਗੂ ਵੀ ਡਾਢਾ ਨਿਰਾਸ਼ ਵਿਖਾਈ ਦੇ ਰਿਹਾ ਸੀ।